प्यारे विद्यार्थियों, ਆਪਾਂ ਅੱਜ ਵਿਆਕਰਨ ਦੀ ਇਸ ਲੜੀ ਦੇ ਤਹਿਤ ਕਿਰਿਆ ਬਾਰੇ ਗੱਲ ਕਰਾਂਗੇ, ਜਿਹਨੂੰ ਇੰਗਲਿਸ਼ ਦੇ ਵਿੱਚ ਵਰਬ ਕਿਹਾ ਜਾਂਦਾ ਹੈ। ਕਿਰਿਆ ਹੁੰਦੀ ਕੀ ਹੈ ਕਿ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਕਿਰਿਆ ਅਖਵਾਉਂਦਾ ਹੈ, ਜਿਵੇਂ ਖਾ, ਪੀ, ਜਾ, ਲਿਖ, ਖੇਡਦੀ, ਪੜ੍ਹਦੀ ਆਦਿ। ਸੋ ਇਹਦੇ ਅੰਦਰ ਵਾਸਤਵ ਰੂਪ ਦੇ ਵਿੱਚ ਕੰਮ ਦਾ ਹੋਣਾ ਜਾਂ ਕਰਨਾ ਜਦੋਂ ਪਾਇਆ ਜਾਂਦਾ ਹੈ, ਇਸ ਨੂੰ ਕਿਰਿਆ ਕਹਿੰਦੇ ਹਾਂ। ਉਦਾਹਰਨ ਦੇ ਤੌਰ 'ਤੇ ਮੋਹਨ ਸਕੂਲ ਜਾਂਦਾ ਹੈ, ਜਿਹੜਾ ਹੁਣ ਇਹਦੇ ਵਿੱਚ ਮੋਹਨ ਸਕੂਲ ਜਾਂਦਾ ਹੈ, ਪਿੱਛੇ ਜਾਂਦਾ ਹੈ, ਇਹ ਕਿਰਿਆ ਹੈਗੀ। ਤੁਸੀਂ ਆਮ ਤੌਰ 'ਤੇ ਵੇਖਿਆ ਹੋਵੇਗਾ ਕਿ ਜਦੋਂ ਅਸੀਂ ਪੰਜਾਬੀ ਦੇ ਅੰਦਰ ਵਾਕ ਨੂੰ ਵੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਉਹਦਾ ਵਿਸ਼ਾ ਆਉਂਦਾ ਹੈ, ਜਿਸ ਨੂੰ ਸਬਜੈਕਟ ਕਹਿੰਦੇ ਹਾਂ, ਫਿਰ ਉਸਦਾ ਕਰਮ ਆਉਂਦਾ ਹੈ, ਜਿਸ ਨੂੰ ਅਸੀਂ ਓਬਜੈਕਟ ਕਹਿੰਦੇ ਹਾਂ, ਫਿਰ ਉਸ ਤੋਂ ਬਾਅਦ ਕਿਰਿਆ ਆਉਂਦੀ ਹੈ, ਜਿਸ ਨੂੰ ਅਸੀਂ ਵਰਬ ਕਹਿੰਦੇ ਹਾਂ। ਇਹ ਪੰਜਾਬੀ ਦੇ ਅੰਦਰ ਸਭ ਤੋਂ ਪਹਿਲਾਂ ਵਿਸ਼ਾ, ਫਿਰ ਕਰਮ ਅਤੇ ਫਿਰ ਕਿਰਿਆ। ਸੋ ਇਸ ਪ੍ਰਕਾਰ ਜਿਹੜੀ ਹਰ ਇੱਕ ਵਾਕ ਦੇ ਅੰਦਰ ਕੋਈ ਨਾ ਕੋਈ ਕਿਰਿਆ ਜ਼ਰੂਰ ਹੁੰਦੀ ਹੈ। ਬਗੈਰ ਕਿਰਿਆ ਦੇ ਜਿਹੜਾ ਗਾ ਕੋਈ ਵੀ ਵਾਕ ਪੂਰਾ ਨਹੀਂ ਹੁੰਦਾ। ਕਿਸੇ ਵਾਕ ਦੀ ਬਗੈਰ ਕਿਰਿਆ ਤੋਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੋ ਵਿਆਕਰਨ ਪੱਖੋਂ ਅਸੀਂ ਜੇ ਕਿਰਿਆ ਦੀ ਡੈਫੀਨੇਸ਼ਨ ਕਰਦੇ ਹਾਂ, ਕਿਰਿਆ ਉਹ ਸ਼ਬਦ ਹੈ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪਾਇਆ ਜਾਵੇ, ਉਸ ਨੂੰ ਕਿਰਿਆ ਕਹਿ ਦਿੰਦੇ ਹਨ। ਹੁਣ ਦੂਜੀ ਗੱਲ, ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਸੋਧ ਦੇਵਾਂ ਕਿ ਜਿਸ ਵਿੱਚ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਕਾਲ ਸਹਿਤ ਪਾਇਆ ਜਾਵੇ, ਉਹਨੂੰ ਅਸੀਂ ਕਿਰਿਆ ਕਹਿ ਦਿੰਦੇ ਹਾਂ। ਹੁਣ ਇਹਦੇ ਅੰਦਰ ਜਿਹੜੀ ਇੱਕ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈ, ਸਭ ਤੋਂ ਵੱਡੀ ਸਮਝਣ ਵਾਲੀ ਗੱਲ ਹੈ ਕਿ ਇਹਦੇ ਅੰਦਰ ਕਾਲ ਆ ਚੁੱਕੇ ਆ। ਕਾਲ, ਕਿਉਂਕਿ ਕੋਈ ਵੀ ਕੰਮ ਹੈ ਸਾਡਾ, ਕੋਈ ਵੀ ਅਸੀਂ ਵਰਕਿੰਗ ਕਰਦੇ ਹਾਂ, ਉਹ ਬਗੈਰ ਕਾਲ ਤੋਂ ਨਹੀਂ ਹੁੰਦੀ। ਉਹਦੇ ਵਿੱਚ ਜੇ ਉਹ ਤੁਹਾਡਾ ਕੰਮ ਵਰਤਮਾਨ ਕਾਲ 'ਚ ਹੋਇਆ ਹੋਵੇਗਾ, ਜਾਂ ਉਹ ਭੂਤ ਕਾਲ 'ਚ ਹੋਵੇਗਾ, ਜਾਂ ਉਹ ਭਵਿੱਖ ਕਾਲ 'ਚ ਹੋਵੇਗਾ। ਇਸ ਕਰਕੇ ਕਿਰਿਆ ਨੂੰ ਆਮ ਤੌਰ 'ਤੇ ਜਿਹੜੀ ਅਸੀਂ ਇਹਦੀ ਵੰਡ ਕਰਦੇ ਹਾਂ, ਇਹ ਚਾਰ ਪ੍ਰਕਾਰ ਦੀ ਹੁੰਦੀ ਹੈ। ਜਿਹੜੀ ਦੀ ਵੰਡ ਹੈ ਉਹ ਚਾਰ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਪ੍ਰਕਾਰ ਦੀ ਜਿਹੜੀ ਵੰਡ ਹੈ, ਅਕਰਮਕ ਕਿਰਿਆ, ਸਕਰਮਕ ਕਿਰਿਆ। ਦੂਸਰੀ ਪ੍ਰਕਾਰ ਦੀ ਸਧਾਰਨ ਕਿਰਿਆ, ਪ੍ਰੇਰਨਾਤਮਕ ਕਿਰਿਆ, ਦੋਹਰੀ ਪ੍ਰੇਰਨਾਤਮਕ ਕਿਰਿਆ। ਤੀਸਰੀ ਹੈਗੀ ਅਕੈਰੀ ਕਿਰਿਆ ਅਤੇ ਸੰਯੁਕਤ ਕਿਰਿਆ। ਚੌਥੀ ਹੈਗੀ ਮੂਲ ਕਿਰਿਆ ਅਤੇ ਸਹਾਇਕ ਕਿਰਿਆ। ਇਹ ਚਾਰ ਪ੍ਰਕਾਰ ਦੀ ਜਿਹੜੀ ਵੰਡ ਹੈਗੀ ਕਿਰਿਆ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਕਿਰਿਆ ਦੀ ਜਿਹੜੀ ਪਹਿਲੀ ਪ੍ਰਕਾਰ ਦੀ ਵੰਡ ਹੈ, ਉਹ ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਦੀ ਗੱਲ ਕਰਦੀ ਆ। ਅਕਰਮਕ ਕਿਰਿਆ ਕਿਹੜੀ ਹੁੰਦੀ ਹੈ? ਅਕਰਮਕ ਕਿਰਿਆ ਭਾਵ ਬਿਨਾਂ ਕਰਮ ਤੋਂ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ, ਉਸ ਨੂੰ ਅਸੀਂ ਕੇਵਲ ਉਹ ਕਰਤਾ ਤੱਕ ਹੀ ਸੀਮਿਤ ਹੋਵੇ, ਉਸ ਨੂੰ ਅਸੀਂ ਅਕਰਮਕ ਕਿਰਿਆ ਕਹਿ ਦਿੰਦੇ ਹਾਂ। ਉਦਾਹਰਨ ਦੇ ਤੌਰ 'ਤੇ ਬੱਚਾ ਹੱਸਦਾ ਹੈ, ਮੈਂ ਜਾਂਦਾ ਹਾਂ, ਉਹ ਖਾਂਦਾ ਹੈ। ਹੁਣ ਇਹ ਜਿਹੜੇ 3-4 ਵਾਕ ਨੇ, ਮੀਂਹ ਵਰਦਾ ਹੈ, ਇਹ ਹੁਣ ਇਹਦੇ ਵਿੱਚ ਕੀ, ਹਾਂ ਮੈਂ ਖਾਂਦਾ ਹਾਂ, ਮੈਂ ਕੀ ਖਾ ਰਿਹਾ, ਇਹਦੇ ਵਿੱਚ ਕਰਮ ਕੋਈ ਨਹੀਂ ਹੈਗਾ, ਮੈਂ ਖਾਂਦਾ ਹਾਂ। ਉਹ ਜਾਂਦਾ ਹੈ, ਇਹ ਨਹੀਂ ਪਤਾ ਕਿੱਥੇ ਜਾ ਰਿਹਾ, ਕਰਮ ਕੋਈ ਨਹੀਂ। ਜਦੋਂ ਇੱਦਾਂ ਦੇ ਵਾਕ ਆਉਂਦੇ ਨੇ, ਇਹ ਸਾਡੀ ਜਿਹੜੀ ਅਕਰਮਕ ਕਿਰਿਆ ਹੈਗੀ ਉਸ ਕੈਟਾਗਰੀ ਦੇ ਵਿੱਚ ਰੱਖੇ ਜਾਂਦੇ ਨੇ। ਜਿਵੇਂ ਬਾਲ ਹੱਸਦਾ ਹੈ, ਬਾਲ ਕੀ ਹੱਸਦਾ ਹੈ, ਕਿਹਨੂੰ ਵੇਖ ਕੇ ਹੱਸਦਾ ਹੈ, ਉਹ ਜਾਂਦਾ ਹੈ, ਉਹ ਕਿੱਥੇ ਜਾਂਦਾ ਹੈ, ਅਤੇ ਮੈਂ ਖਾਂਦਾ ਹਾਂ, ਉਹ ਕੀ ਖਾਂਦਾ ਹੈ। ਇਹ ਜਿਹੜੀਆਂ ਸਾਰੀਆਂ ਕੁਛ ਨੇ, ਜਦੋਂ ਇਹਨਾਂ ਦੇ ਅੰਦਰ ਜਿਹੜੀ ਅਕਰਮਕ ਕਿਰਿਆ ਦੇ ਅੰਦਰ ਕੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਕਿ ਵਿਦਿਆਰਥੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਕੀ ਕੰਮ ਕਰ ਰਿਹਾ ਹੈ। ਔਰ ਇਸੇ ਦੇ ਕੰਪੈਰੇਟਿਵ ਜਦੋਂ ਅਸੀਂ ਸਕਰਮਕ ਕਿਰਿਆ ਦੀ ਗੱਲ ਕਰਦੇ ਹਾਂ, ਸਕਰਮਕ ਕਿਰਿਆ ਦਾ ਜਿਹੜਾ ਕਰਤਾ ਅਤੇ ਕਰਮ ਭਾਵ ਦੋਵੇਂ ਹੀ ਹੁੰਦੇ ਨੇ, ਜਿਹਦੇ ਵਿੱਚ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਪਹੁੰਚਦਾ ਹੈ, ਉਸ ਨੂੰ ਅਸੀਂ ਸਕਰਮਕ ਕਿਰਿਆ ਕਹਿ ਦਿੰਦੇ ਹਾਂ। ਇਹਦੇ ਅੰਦਰ ਕਰਮ ਹੈ। ਇੱਕ ਵਾਕ ਦੇ ਅੰਦਰ ਜੋ ਵਾਕ ਨੂੰ ਅਸੀਂ ਦੀ ਕੈਟਾਗਰੀ 'ਚ ਵੇਖਦੇ ਹਾਂ, ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ, ਫਿਰ ਓਬਜੈਕਟ ਆਉਂਦਾ ਹੈ, ਫਿਰ ਵਰਬ ਆਉਂਦਾ ਹੈ। ਭਾਵ ਸਭ ਤੋਂ ਪਹਿਲਾਂ ਵਿਸ਼ਾ ਆਉਂਦਾ ਹੈ, ਫਿਰ ਕਰਮ ਆਉਂਦਾ ਹੈ, ਫਿਰ ਉਹਦੀ ਕਿਰਿਆ ਆਉਂਦੀ ਹੈ। ਪਰ ਜਿਹੜੀ ਅਕਰਮਕ ਕਿਰਿਆ ਹੈ, ਅਕਰਮਕ ਕਿਰਿਆ ਦੇ ਅੰਦਰ ਸਭ ਤੋਂ ਪਹਿਲਾਂ ਵਿਸ਼ਾ ਆਉਂਦਾ ਹੈ, ਫਿਰ ਉਹਦੀ ਕਿਰਿਆ ਆਉਂਦੀ ਹੈ। ਪਰ ਸਕਰਮਕ ਕਿਰਿਆ ਦੇ ਅੰਦਰ ਸਭ ਤੋਂ ਪਹਿਲਾਂ ਵਿਸ਼ਾ ਆਉਂਦਾ ਹੈ, ਫਿਰ ਉਸ ਦਾ ਕਰਮ ਆਉਂਦਾ ਹੈ, ਫਿਰ ਉਸ ਦੀ ਕਿਰਿਆ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਮੈਂ ਗੱਲ ਕਰਾਂ ਕਿ ਬੱਚੇ ਤਮਾਸ਼ਾ ਵੇਖ ਕੇ ਹੱਸਦੇ ਹਨ। ਹੁਣ ਇੱਥੇ ਜਿਹੜਾ ਬੱਚੇ ਵੇਖ ਕੇ ਹੱਸਦੇ ਨੇ, ਜਿਹੜਾ ਤਮਾਸ਼ਾ ਵੇਖਿਆ, ਤਮਾਸ਼ਾ ਜਿਹੜਾ ਸ਼ਬਦ ਹੈ ਇਹ ਉਹਦਾ ਕਰਮ ਹੈ, ਜਿਸ ਨੂੰ ਦੇਖ ਕੇ ਹੱਸ ਰਿਹਾ। ਮੋਹਨ ਸਕੂਲ ਜਾਂਦਾ ਹੈ, ਮੋਹਨ ਦਾ ਜਿਹੜਾ ਜਾਣ ਦਾ ਕਰਮ ਹੈ ਉਹ ਸਕੂਲ ਹੈ।
सोहन रोटी खांदा है। हुण जिहड़ा सोहन का जिहड़ा कर्म है रोटी नूं खाण दा है। सो प्यारे विद्यार्थियों, अकर्मक क्रिया ते सकर्मक क्रिया च दोनों च इक्को ही फर्क है कि जिहड़ी साडी अकर्मक क्रिया है वो कर्म रहत होंदी है और जिहड़ी साडी सकर्मक क्रिया है वो कर्म सहित होंदी है, भाव उहदे अंदर कर्म होंदा है। इस प्रकार जिहड़ी साडी दूजी प्रकार की वंड हैगी वो हैगी सधारण क्रिया, प्रेरणात्मक क्रिया, दोहरी प्रेरणात्मक क्रिया। जिहड़ी साडी दूसरी प्रकार की जिहड़ी साडी वंड हैगी, जिहड़ी सधारण क्रिया की होंदी है, वाक विच क्रिया तो करता दा पता लगदा है, जिस क्रिया दे जिस रूप तो पता लगे भाव उस नूं करन वाला करता आप है, उस तरह की क्रिया नूं सधारण क्रिया कहा जाता है। उदाहरण के तौर पर वह किताब पढ़ता है, सधारण का मतलब सधारण वाक आ गया, सिंपल आ गया कि भाव वाक विच करता क्रिया तो करता का पता लगता है, भाव क्रिया के जिस रूप का पता लगे उसनूं करन वाला करता आप है। अजिही क्रिया नूं असीं सधारण क्रिया का नाम दे दिंदे हाँ। जिवें वो किताब पढ़ता है, जिहड़ा उसका कर्म है किताब पढ़ना है, ये सधारण। फिर प्रेरणात्मक क्रिया जिहड़ी हुंदी हैगी, क्रिया के जिस रूप तो ये पता लगे कि उसनूं करन वाला करता आप नहीं, सगों क्रिया किसी होर तो करवाई जाती है, आप नहीं कर यह जी नूं। इस प्रकार की जिहड़ी क्रिया नूं असीं प्रेरणात्मक क्रिया कहने हाँ। जिवें प्रसिद्ध गायिका सुरिंदर कौर के पति उस तो हर रोज़ रियाज करवाउंदे हैं। हुण इत्थे जिहड़ा सुरिंदर कौर का पति है वो उस तो क्रिया करवा रही है। तीसरी क्रिया की दोहरी प्रेरणात्मक क्रिया के जिस रूप तो यह पता लगे कि करता किसी दूजे व्यक्ति नूं प्रेरणा दे के वो क्रिया किसी तीजे व्यक्ति को करवाउंदा है। पहला व्यक्ति दूजे तो करवाउंदा, इत्थे दूजा व्यक्ति तीसरे व्यक्ति को करवाउंदा है, तो उसनूं दोहरी प्रेरणात्मक क्रिया कहा जाता है। उदाहरण के तौर पर, पिता जी मैं इन्ने चंगे नंबरां नाल 9वीं जमात पास कर ली है, हुण मेरे लिए दर्जी कोलों एक नवीं वर्दी सवा दिओ। पिता की पुत्र नाल कमिटमेंट सीगी, पिता की पुत्र नाल कमिटमेंट सी कि जे तू नंबर वधिया लवेगा तो मैं तेनों गिफ्ट लैके देवांगा। इत्थे उही गल कही है कि पुत्र ने पिता नूं एक गल कही कि पिता जी मैं बहुत वधिया नंबर लै ले, हुण तुसीं मैनूं दर्जी कोलों कुर्ता सवा दो। वो दोहरी प्रेरणात्मक क्रिया हो गई, क्योंकि ये जिहड़ी क्रिया दर्जी कोलों करवाउण दी है। इस प्रकार जिहड़ी साडी तीसरी प्रकार की क्रिया हैगी वो कैरी क्रिया अते संयुक्त क्रिया। वाक जिस वाक राहीं अकैरी क्रिया किहड़ी है, जिस वाक राहीं क्रिया एक शब्द की होवे उसनूं अकैरी क्रिया कहा जाता है। की है, जिस वाक राहीं जिहड़ी एक क्रिया एक शब्द की होवे उसनूं कैरी क्रिया कहंदे ने। जिवें बलजीत सेब खा, तुसीं किताब पढ़ो, हुण इत्थे सिंगल हैगा, अकैरी क्रिया हैगी खाना ते पढ़ना। सो संयुक्त क्रिया जदों किसी क्रिया का रूप एक तो वधेरे क्रिया शब्दों के संयोग तो बने उसनूं असीं संयुक्त कह देना। संयुक्त भाव दो शब्दों तो बनना। मैं हर रोज़ खेडिया करांगा, मैं हर रोज़ खेडिया करांगा, अंदर आउण तो पहला तू घंटी बजा दिया कर। इन्हां दोहां वाकां दे विच की है तुहानूं पता लगे एक तो वधेरे शब्दां नाल बणीआं होईआं ने। अजिही क्रियावां नूं असीं संयुक्त क्रिया कहते हैं। जिवें मैं हर रोज़ खेडिया करांगा, हुण इत्थे हर रोज़ आ गया नाल खेडिया करांगा, ये संयुक्त क्रिया होगी। दूजा अंदर आउण तो पहला तू घंटी बजा दे, हुण जिहड़ी घंटी बजाण आएगा वो ये भी साडी संयुक्त होगी। जिहड़ी साडी चौथी प्रकार की क्रिया हैगी वो हैगी मूल क्रिया अते सहायक क्रिया। मूल क्रिया अते सहायक क्रिया उदाहरण की है, माता जी मंजी उत्ते बैठे हैं, मास्टर जी ने यह पाठ कल पढ़ाया सी, खाली घंटी विच विद्यार्थी रौला पाउंदे सन। ये कुछ वाक ने की कहांगे कि मूल रूप दे विच जिहड़े दो दो अजिहे शब्द ने बैठे हैं, पढ़ाया सी, पाउंदे सन, ये मूल रूप दे विच क्रिया है। मुख मूल क्रिया विचला पहला एक एक शब्द बैठे पढ़ाया पाउंदे, दूजा एक एक शब्द हन सी सन सहायक क्रिया हैं। सो पहला की साडी हैगी मूल क्रिया आ गई, दूजी साडी सहायक क्रिया आ गई। उदाहरण के तौर पर यह मेरी भैन है, कुलविंदर ने किताब पढ़ी, तो इसका बोध विच की कह सकते हैं, स्कूल लग गया, मीह पैंदा है, मुख अध्यापक जी आ गए हैं। इस प्रकार जदों मूल क्रिया ते सहायक क्रिया, जिहदे विच मूल क्रिया विच जिहड़ा शब्द हैगा एक एक शब्द जिहड़ा दूजे शब्द की सहायक क्रिया बनता है। जिवें उदाहरण की सी कि बैठे हन, माता जी मंजी उत्ते बैठे हन, हुण इत्थे बैठे ते हन नाल
मूल किरिया ਦੇ ਨਾਲ ਸਹਾਇਕ ਕਿਰਿਆ ਲੱਗ ਗਈ ਆ। ਸੋ ਪਿਆਰੇ ਵਿਦਿਆਰਥੀਓ, ਜਿਹੜੀ ਸਾਡੀ ਕਿਰਿਆ ਹੈਗੀ, ਇਹ ਕਿਰਿਆ ਸਾਡੀ 4 ਪ੍ਰਕਾਰ ਦੀ ਹੁੰਦੀ ਹੈ। ਇਹਦੀ ਵਰਗਵੰਡ 4 ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਵਰਗਵੰਡ ਦੇ ਵਿੱਚ ਸਾਡੀ ਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਆਉਂਦੀ ਹੈ। ਦੂਜੀ ਕਾਲਵੰਡ ਦੇ ਵਿੱਚ ਸਾਡੀ ਸਧਾਰਨ ਕਿਰਿਆ, ਪ੍ਰੇਰਣਾਤਮਕ ਕਿਰਿਆ, ਦੋਹਰੀ ਪ੍ਰੇਰਣਾਤਮਕ ਕਿਰਿਆ ਆਉਂਦੀ ਹੈ। ਤੀਜੀ ਪ੍ਰਕਾਰ ਵੰਡ ਦੇ ਵਿੱਚ ਅਕੈਰੀ ਕਿਰਿਆ ਅਤੇ ਸੰਯੁਕਤ ਕਿਰਿਆ ਆਉਂਦੀ ਹੈ। ਚੌਥੀ ਪ੍ਰਕਾਰ ਵੰਡ ਦੇ ਵਿੱਚ ਮੂਲ ਕਿਰਿਆ ਅਤੇ ਸਹਾਇਕ ਕਿਰਿਆ ਆਉਂਦੀ ਹੈ। ਸੋ ਤੁਸੀਂ ਇਹਦੇ ਵਿੱਚ ਹੁਣ ਜਦੋਂ ਅਸੀਂ ਵੱਖਰੇ ਵੱਖਰੇ ਗੱਲ ਕਰਾਂਗੇ, ਵੱਖਰੇ ਵੱਖਰੇ ਵਾਕਾਂ ਨੂੰ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਇਹ ਕਿਹੜੀ ਅਕਰਮਕ ਕਿਰਿਆ ਹੈ, ਕਿਹੜੀ ਸਕਰਮਕ ਕਿਰਿਆ ਹੈ, ਕਿਹੜੀ ਪ੍ਰੇਰਣਾਤਮਕ ਕਿਰਿਆ ਹੈ, ਕਿਹੜੀ ਦੋਹਰੀ ਪ੍ਰੇਰਣਾਤਮਕ ਕਿਰਿਆ ਹੈ, ਔਰ ਕਿਹੜੀ ਮੂਲ ਕਿਰਿਆ ਹੈ ਅਤੇ ਕਿਹੜੀ ਸਹਾਇਕ ਕਿਰਿਆ ਹੈ। ਉਦਾਹਰਨ ਹੈ, ਸਾਡੇ ਸਕੂਲ ਨੇ ਮੈਚ ਜਿੱਤਿਆ। ਹੁਣ ਸਾਡੇ ਸਕੂਲ ਨੇ ਮੈਚ ਜਿੱਤਿਆ, ਮਾਤਾ ਜੀ ਨੇ ਰੋਟੀ ਪਕਾਈ। ਇੱਥੇ ਕੀ ਹੈ, ਹੁਣ ਜਿਹੜੀ ਮਾਤਾ ਜੀ ਨੇ ਰੋਟੀ ਪਕਾਈ ਇਹ ਸਾਡੀ ਸਕਰਮਕ ਕਿਰਿਆ ਹੈ। ਸਾਡੇ ਸਕੂਲ ਨੇ ਮੈਚ ਜਿੱਤਿਆ ਇਹ ਵੀ ਸਾਡੀ ਸਕਰਮਕ ਕਿਰਿਆ ਹੈ। ਸੋ ਇਸ ਪ੍ਰਕਾਰ ਦੇ ਕੁਝ ਵਾਕ ਨੇ, ਜਦੋਂ ਤੁਸੀਂ ਵਾਕਾਂ ਨੂੰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਰਿਆ ਕੀ ਹੁੰਦੀ ਹੈ। ਜਿਸ ਵਿੱਚ ਕਿਸੇ ਵਾਕ ਦਾ ਹੋਣਾ ਜਾਂ ਕਰਨਾ ਕਾਲ ਸਹਿਤ ਪਾਇਆ ਜਾਂਦਾ, ਜਿਸ ਵਿੱਚ ਸਮਾਂ ਨਾਲ ਆ ਜਾਂਦਾ ਹੈ, ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵੇਖੋ ਤਾਂ ਤੁਹਾਨੂੰ ਜਿਹੜਾ ਕਿਰਿਆ ਨਾਲ ਸੰਬੰਧਿਤ ਜਿਹੜਾ ਤੁਹਾਡਾ ਕਨਸੈਪਟ ਹੈ ਉਹ ਪੂਰਾ ਹੋ ਸਕੇ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਕੋਲ ਸਾਡੇ ਦੁਆਰਾ ਤਿਆਰ ਕੀਤੀਆਂ ਹੋਈਆਂ ਵੀਡੀਓ ਸਮੇਂ-ਸਮੇਂ 'ਤੇ ਪਹੁੰਚ ਸਕਣ। ਧੰਨਵਾਦ।